ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਮਾਲਾ ਦੀ ਵਾਰਤਕ ਭਾਗ ਵਿੱਚੋਂ ਮੁੜ ਵੇਖਿਆ ਪਿੰਡ ਪਾਠ ਪੜ੍ਹ ਰਹੇ ਹਾਂ। ਇਹ ਲੇਖ ਬਲਰਾਜ ਸਾਹਨੀ ਜੀ ਦਾ ਲਿਖਿਆ ਹੋਇਆ ਹੈ, ਜੋ ਉਹਨਾਂ ਦੀ ਰਚਨਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਅੱਗੇ ਵਧਣ ਤੋਂ ਪਹਿਲਾਂ ਅਸੀਂ ਬਲਰਾਜ ਸਾਹਨੀ ਦੇ ਜੀਵਨ ਉੱਤੇ ਇੱਕ ਝਲਕ ਮਾਰਦੇ ਹਾਂ। ਸ਼ੁਰੂ ਕਰਦੇ ਹਾਂ। ਬਲਰਾਜ ਸਾਹਨੀ ਦਾ ਜਨਮ 1 ਮਈ 1913 ਈਸਵੀ ਵਿੱਚ ਸ਼੍ਰੀ ਹਰਬੰਸ ਲਾਲ ਸਾਹਨੀ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਰਾਵਲਪਿੰਡੀ ਵਿਖੇ ਹੋਇਆ। ਆਪ ਨੇ 1934 ਈਸਵੀ ਵਿੱਚ ਅੰਗਰੇਜ਼ੀ ਦੀ MA ਕੀਤੀ ਅਤੇ ਫਿਰ ਪਿਤਾ ਪੁਰਖੀ ਕਿੱਤਾ ਵਪਾਰ ਕੀਤਾ। ਕੁਝ ਸਮਾਂ ਪੱਤਰਕਾਰੀ ਕੀਤੀ। 1938 ਈਸਵੀ ਤੋਂ 1940 ਈਸਵੀ ਤੱਕ ਸ਼ਾਂਤੀ ਨਿਕੇਤਨ ਵਿੱਚ ਹਿੰਦੀ ਦੇ ਅਧਿਆਪਕ ਰਹੇ। 1940 ਈਸਵੀ ਤੋਂ 1944 ਈਸਵੀ ਤੱਕ BBC ਲੰਦਨ ਵਿੱਚ ਅਨਾਉਂਸਰ ਵਜੋਂ ਕੰਮ ਕੀਤਾ। ਮੁੱਖ ਕਿੱਤਾ ਐਕਟਿੰਗ ਰਿਹਾ। ਉਹਨਾਂ ਦੀਆਂ ਯਾਦਗਾਰੀ ਫਿਲਮਾਂ ਕਾਬਲੀਵਾਲਾ, 2 ਵਿਗਾ ਜ਼ਮੀਨ, ਹਮ ਲੋਗ, ਹੀਰਾ ਮੋਤੀ, ਪਵਿੱਤਰ ਪਾਪੀ ਆਦਿ ਹਨ। ਪੰਜਾਬੀ ਵਿੱਚ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ, ਗੈਰ ਜਜ਼ਬਾਤੀ ਡਾਇਰੀ, ਮੇਰਾ ਫਿਲਮੀ ਕਥਾ ਆਦਿ ਹਨ। ਆਜ਼ਾਦੀ ਤੋਂ ਲਗਭਗ 2 ਦਹਾਕਿਆਂ ਪਿੱਛੋਂ ਉਹਨਾਂ ਨੇ ਆਪਣੀ ਜਨਮ ਭੂਮੀ ਦੇ ਮੋਹਵਸ਼ ਪਾਕਿਸਤਾਨ ਦੀ ਯਾਤਰਾ ਕੀਤੀ। 13 ਅਪ੍ਰੈਲ 1973 ਈਸਵੀ ਵਿੱਚ ਆਪ ਦਾ ਦੇਹਾਂਤ ਹੋ ਗਿਆ। ਮੁੜ ਵੇਖਿਆ ਪਿੰਡ ਵਾਰਤਕ ਦਾ ਨਮੂਨਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਆਪ ਦੀ ਸਫ਼ਰਨਾਮਾ ਵਾਰਤਕ ਬੜੀ ਸਲਾਹੀ ਗਈ। ਭਾਸ਼ਾ ਵਿਭਾਗ ਪੰਜਾਬ ਨੇ ਆਪ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। ਤਾਂ ਇਹ ਸੀ ਬਲਰਾਜ ਸਾਹਨੀ ਨੇ ਜਿਹੜੀਆਂ ਰਚਨਾਵਾਂ ਲਿਖੀਆਂ ਸਨ ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀ ਕੀਤਾ। ਹੁਣ ਅਸੀਂ ਪੜ੍ਹਦੇ ਹਾਂ ਇਹ ਲੇਖ। ਮੁੜ ਵੇਖਿਆ ਪਿੰਡ। ਮੁੜ ਵੇਖਿਆ ਪਿੰਡ ਮਤਲਬ ਫਿਰ ਜਾ ਕੇ ਆਪਣਾ ਪਿੰਡ ਵੇਖਣ ਗਿਆ ਉਹ। 16 ਅਕਤੂਬਰ 1962 ਈਸਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੈਰਾ ਵੀ 60-70 ਮੀਲ ਦਾ ਪੈਂਡਾ ਸੀ। ਸਿਕੰਦਰ ਨਾਲ ਸੀ। ਭੈਰਾ ਯਾਨੀ ਕਿ ਇੱਕ ਜਗ੍ਹਾ ਦਾ ਨਾਮ ਹੈ ਜਿੱਥੋਂ ਦੇ ਸਨ ਬਲਰਾਜ ਸਾਹਨੀ, ਉੱਥੇ ਉਹਨਾਂ ਨੇ, ਇਹ ਪਾਕਿਸਤਾਨ ਦੇ ਵਿੱਚ ਜਗ੍ਹਾ ਹੈ, ਇੱਥੇ ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਸੀ। ਸਗੋਂ 2 ਹੋਰ ਮਿੱਤਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਪਰ ਭੈਰੇ ਜਾ ਕੇ ਜਜ਼ਬਿਆਂ ਦਾ ਕੀ ਤੂਫਾਨ ਟੁੱਟਣਾ ਸੀ, ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੈਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਦਾ ਸੀ ਕਿ ਬਹੁਤ ਹੀ ਸੌਖਾ ਜਿਹਾ ਇੱਕ ਮਿਸ਼ਨ ਹੈ ਜਿੱਥੇ ਮੈਂ ਜਾ ਰਿਹਾ ਹਾਂ। ਬਸ ਭੈਰੇ ਵੱਲ ਨੱਠਦੀ ਜਾ ਰਹੀ ਸੀ। ਨੱਠਦੀ ਮਤਲਬ ਆਗੇ बढ़ती ਜਾ ਰਹੀ ਥੀ। ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਅੰਦਰ ਭੈਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੈਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਹੈ। ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ। ਭੈਰਾ ਇੱਕ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ ਗਲੀ 'ਤੇ ਚੱਪੇ ਚੱਪੇ ਦੀਆਂ ਦੌੜਾਂ ਮਾਰ ਛੱਡਦੇ ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ। ਸਾਹਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਹਲੀਆਂ ਦਾ ਆਦਿ। ਪਤਾ ਨਹੀਂ ਇਹ ਮੁਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਆਪਣਾ ਦਰਵਾਜ਼ਾ ਬੰਦ ਹੁੰਦਾ ਸੀ। ਮੇਰੀ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਨਾਲ ਸਵੇਰੇ ਮੂੰਹ ਹਨੇਰੇ ਜੇਹਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ। ਕਦੇ ਕਦੇ ਮੈਂ ਤੇ ਮੇਰਾ ਛੋਟਾ ਭਰਾ ਭੀਸ਼ਮ ਨਾਲ ਤੁਰ ਪੈਂਦੇ ਸਾਂ। ਪਹਿਲਾ ਪੜਾਅ ਚਿੜੀ ਚੋਗ, ਦੂਜੀ ਘੜੀ ਭੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੱਕ ਦਾ, ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲਾ ਜਾਂਦਾ ਸੀ। ਚਿੜੀ ਚੋਗ ਦੇ ਨੇੜੇ ਇੱਕ ਮੈਦਾਨ, ਚਿੜੀ ਚੋਗ ਯਾਨੀ ਕਿ ਜਿੱਥੇ ਚਿੜੀਆਂ ਚੋਗਾ ਚੁਗਦੀਆਂ ਨੇ, ਜਿੱਥੇ ਲੋਕ ਉਹਨਾਂ ਲਈ ਦਾਣੇ ਪਾ ਦਿੰਦੇ ਨੇ, ਇੱਕ ਜਗ੍ਹਾ ਬਣਾਈ ਹੁੰਦੀ ਹੈ। ਚਿੜੀ ਚੋਗ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਹੁੰਦਾ ਸੀ। ਸਾਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ ਇੱਥੇ ਇਕੱਤਰਿਤ ਹੁੰਦੀਆਂ ਸਨ। ਕਦੇ ਕਦੇ ਰਾਤੀ ਸਾਡੇ ਹੇਠਲੇ ਸੂਫੇ ਵਿੱਚ ਤ੍ਰਿੰਜਣ ਲੱਗਦਾ। ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ। ਹੇਠਲੇ ਸੂਫੇ ਵਿੱਚ ਤ੍ਰਿੰਜਣ ਲੱਗਦਾ ਭਾਵ ਜਿੱਥੇ ਕੁੜੀਆਂ ਇਕੱਠੀਆਂ ਬੈਠ ਕੇ ਚਰਖੇ ਕੱਤਦੀਆਂ ਹਨ, ਕੱਤਦੀਆਂ ਹਨ ਤੇ ਪੀਂਘਾਂ ਝੂਟਦੀਆਂ ਹਨ। ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ਼ ਪਾ ਗਈਆਂ।
ਕਣਕ ਦੇ, ਕਣਕ ਯਾਨੀ ਕਿ ਗੇਹੂੰ ਦੇ ਹਰੇ ਭਰੇ ਖੇਤ, ਜਿਨ੍ਹਾਂ ਵਿੱਚ ਲੁਕਣ ਮੀਟੀ ਖੇਡਦੇ ਸਾਂ, ਜਿਨ੍ਹਾਂ ਦੇ बूटे तोड़ के तूतनियाँ बनाते सां। तूतनियाँ मतलब छोटे छोटे बाजे वो बजाने के लिए बनाते थे। सीटे तोड़ के शरारत नाल राह लंघदियां ਦੀਆਂ ਸਲਵਾਰਾਂ ਦੇ ਪਹੁੰਚਿਆਂ ਵਿੱਚ ਘੁਸੇੜ ਸੁੱਟਦੇ ਸਾਂ। ਖੂਹਾਂ ਦੇ ਪਾਣੀ ਖੇਤਾਂ ਵਿੱਚ ਸੱਜਰੀਆਂ ਪੁੱਟੀਆਂ ਮੂਲੀਆਂ ਤੇ ਗਾਜਰਾਂ। ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਤਾਂ ਫਿਰ ਪੇਂਡੂ ਜੀਵਨ ਦਾ ਸਵਾਦ ਨਹੀਂ ਮਾਣਿਆ। ਲਾਗਲੀ ਸੀਟ, ਲਾਗਲੀ मतलब जो साथ में हो। ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਯਾਨੀ ਕਿ ਇੱਕ ਬੁੱਢੀ ਔਰਤ ਆਪਣੇ ਪੁੱਤਰ ਨੂੰ ਨਾਲ ਲੈ ਕੇ ਆ ਬੈਠੀ। ਮੈਨੂੰ ਜਾਪਿਆ ਜਿਵੇਂ ਮੇਰੀ ਆਪਣੀ ਮਾਂ ਆ ਬੈਠੀ ਹੋਵੇ। ਉਹ ਪਹਿਰਾਵਾ, ਉਹ ਬੋਲੀ, ਮੇਰੇ ਆਪਣੇ ਬਿਲਕੁਲ ਆਪਦੇ ਲੋਕ। ਕੀ ਦੱਸਾਂ ਮੇਰੇ ਮਨ ਦੀ ਕੀ ਦਸ਼ਾ ਹੋ ਗਈ। ਬਸ ਭੁੱਲੋਪਾਲ ਯਾਨੀ ਕਿ ਇੱਕ ਪਿੰਡ ਦਾ ਨਾਮ ਹੈ, ਇੱਕ ਜਗ੍ਹਾ ਦਾ ਨਾਮ ਹੈ, ਦੇ ਅੱਡੇ ਉੱਤੇ ਆ ਰੁਕੀ। ਮੈਨੂੰ ਨਹੀਂ ਸੀ ਪਤਾ ਕਿ ਭੁੱਲੋਪਾਲ ਭੈਰੇ ਤੋਂ ਕੁੱਲ 10-12 ਮੀਲ ਦੀ ਵਾਟ ਉੱਤੇ ਹੈ। ਡਰਾਈਵਰ ਨੇ ਦੱਸਿਆ ਬਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ। ਖਲੋਤੀ ਯਾਨੀ ਕਿ ਰੁਕੀ ਰਹੇਗੀ, ਖੜੀ ਰਹੇਗੀ। ਕੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਭੈਰਾ ਵੇਖਣ ਲਈ। ਉਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਏਗਾ। ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੇ ਦੇ ਮੁਅੰਤਜ਼ਿਮ ਜੋ ਉੱਥੋਂ ਦਾ ਪ੍ਰਬੰਧਕ, ਜੋ ਪ੍ਰਬੰਧ ਕਰਦਾ ਹੈ ਉਸਨੂੰ ਬੋਲਿਆ ਜਾਂਦਾ ਕਿ ਅੱਡੇ ਦਾ ਪ੍ਰਬੰਧਕ, ਮੁਅੰਤਜ਼ਿਮ ਕੋਲ ਗਿਆ, ਜਿਹੜਾ ਇਮਾਰਤ ਦੇ ਬਰਾਂਡੇ ਵਿੱਚ ਕੁਰਸੀ ਢਾ ਕੇ ਹਿਸਾਬ ਕਿਤਾਬ ਕਰ ਰਿਹਾ ਸੀ। ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਿਲ ਹੋਇਆ ਹਾਂ ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ। ਅਸਹਿ ਮਤਲਬ ਮੈਂ ਬਰਦਾਸ਼ਤ ਨਹੀਂ ਕਰ ਪਾ ਰਹਾ, ਮੈਂ ਸਹਿ ਨਹੀਂ ਪਾ ਰਹਾ। ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ੍ਹ ਆਖੀ ਸੀ, ਪਰ ਭੈਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਟੁਰੀ ਜਾ ਰਹੇ ਹੋ। ਮੇਰੇ ਮੂੰਹੋਂ ਨਿਕਲਿਆ ਕੀ ਕਰਾਂ ਜੀ, ਮਿੱਟੀ ਖਿੱਚ ਲਿਆਈ ਏ। ਉਹ ਅਵਾਕ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ। ਜਿਹੜਾ ਬੱਸ ਅੱਡੇ ਦਾ ਪ੍ਰਬੰਧਕ ਸੀ, ਪਤਲੂਨ ਕੋਟ ਵਾਲੇ ਆਦਮੀ ਨੇ, ਪਤਲੂਨ ਕੋਟ ਯਾਨੀ ਕਿ ਪੈਂਟ ਕੋਟ ਵਾਲੇ ਆਦਮੀ ਦੇ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ। ਸ਼ਾਇਦ 15 ਮਿੰਟਾਂ ਦੇ ਅੰਦਰ ਅੰਦਰ ਉਹਨੇ ਬੱਸ ਤੋਰ ਦਿੱਤੀ। मतलब उसने उसके भावनाओं की कदर की। ਭੈਰੇ ਦਾ ਆਲਾ ਦੁਆਲਾ ਮੈਨੂੰ ਕੀ ਯਾਦ ਹੋਣਾ ਸੀ, ਪਰ ਉਹ ਇਤਨਾ ਸਰਸਵਸ ਤੇ ਇਤਨਾ ਰਮਣੀਕ ਹੋਵੇਗਾ ਇਸ ਦੀ ਮੈਨੂੰ ਕੋਈ ਕਲਪਨਾ ਨਹੀਂ ਸੀ। ਝੰਗ ਦਾ ਜਾਂ ਸਰਗੋਦਾ ਉਹਦੇ ਮੁਕਾਬਲੇ ਵਿੱਚ ਰੁੱਖੇ ਇਲਾਕੇ ਸਨ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੈਰੇ ਆਓ ਤਾਂ ਸਾਣੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ, ਪਰ ਬੱਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੈ, ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਹਾਂ। ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਸੀ ਜਿਵੇਂ ਉਸ ਤੋਂ ਪਾਰ ਕੋਈ ਦੂਜਾ ਹੀ ਮੁਲਕ ਹੋਵੇ। ਮੇਰੇ ਸਾਥੀ ਇਹ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ ਤੇ ਗਲੀ ਯਾਦ ਹੈ। ਐਸ ਬਲੋਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਭੈਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ हुई तो मेरे अंदर एक अजीब खुशी की लहर दौड़ गई। वहाँ पे उसको वहाँ अपने वतन की वो मिट्टी की याद हो गई, वहाँ की उसको खुशबू आने लगती है। दुलंगड़े मतलब छलांगे मारता। दुलंगड़े मारदा मैं शहर के दूजे सिरे गंज मंडी वाले चौंक जा पुज्जा। मैनू थाने का वाक्य भी याद है। इंस्पैक्टर मेरे वांग ही अधखड़ उम्र का आदमी सी अते भैरे दे बथेरे शाणियां नूं जाणदा सी। बड़े प्यार नाल पेश आया, सगों पासपोर्ट उत्ते आमद ते रुखसत दोवां दे अंदराज इक्को समय कर दिते। आमद यानी कि आने के, रुखसत वहाँ से जगह छोड़ के जाने के। अंदराज इक्को समय कर दिते जो दोबारा कोतवाली आने की सानू लोड़ ना पवे। मतलब वहाँ पे साइन करवा लिए उन्होंने। वेख्या मैं नाल आए साथियां सिकंदर, शाकिर अते मुस्तहिमीन नूं कहा अपने ते पराए शहर दा ਇਹ ਫਰਕ ਹੁੰਦਾ ਹੈ। ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ। ਮੈਂ ਆਪ ਜਾਣਦਾ ਸਾਂ ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿਤਨੀ ਦਿੱਲੀ ਸਿਕੰਦਰ ਦੀ, ਪਰ ਮੈਂ ਸਿਆਣਿਆਂ ਬਣਨ ਦੇ ਰੌਂ ਵਿੱਚ ਨਹੀਂ ਸਾਂ। ਮੁੰਡਿਆਂ ਨੇ ਬਥੇਰਾ ਕਿਹਾ ਕਿਸੇ ਵਾਕਫਕਾਰ ਨੂੰ ਨਾਲ ਲੈ ਲਈਏ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈਆਂ ਪਈਆਂ ਸਨ। ਹੂਲੀਆ ਸਾਰਾ ਬਦਲਿਆ ਪਿਆ ਸੀ। ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ, ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਢਾਹ ਕੇ ਕੂਕਰ ਮਚਾਈ ਰੱਖਦੀਆਂ। ਮਤਲਬ ਭਾਵ ਜਨਾਨੀਆਂ ਯਾਨੀ ਕਿ ਔਰਤਾਂ ਉੱਥੇ ਚਰਖੇ ਕੱਤਦੀਆਂ ਰਹਿੰਦੀਆਂ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ। ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਦਾ ਕੰਮ ਸੀ। ਬੜੀ ਮੁਸ਼ਕਿਲਾਂ ਨਾਲ ਖੂਹ ਤਾਂ ਲੱਭ ਪਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਕੋਈ ਮਕਾਨ।
मतलब जब वो वहाँ पे जाता है पैरे यानी कि अपने गांव में वहाँ पे जाके देखता है तो उस शहर में सब, जब उसकी जो गली होती है वो वीरान होती है, वहाँ पे उसको कोई भी अपना घर की कोई भी पहचान उसको पता नहीं चलता। इंज जापिया जिवें हुणे हुणे कोई हवाई हमला होया है ते हर पासे मलबे दे ढेर लग गए हैं। कोई विरली इमारत ही साबत खड़ी सी। साथियां ने हिम्मत दवाई, पुछ पुछा के चौधरी गुलाम मुहम्मद का घर लभ्या। थोड़ा चिर उड़ीकन तो बाद वो बाहर आए। उड़ीकन मतलब उनका इंतजार करने। मेरी ही उम्र ਦੇ ਸਨ। ਵੇਖਦਿਆਂ ਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ। ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸੀ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਉਹ ਮੇਰੇ ਗਲ ਨਾਲ ਆ ਲੱਗੇ ਤੇ ਜਾਰੋ ਜਾਰ ਰੋਣ ਲੱਗ ਪਏ। ਦਾਦੇ ਪੋਤਰੇ ਭਰਾ ਸਾਂ ਦੋਵੇਂ, ਇੱਕ ਖੂਨ, ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ, ਮੈਂ ਹਿੰਦੂ ਰਹਿ ਗਿਆ। ਉਹ ਪਾਕਿਸਤਾਨੀ ਸਨ, ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ, ਇਤਨੀ ਲੰਮੀ ਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ। ਇਸ ਅਕਲਪਿਤ ਪਰਿਸਥਿਤੀ ਨੇ ਮੈਨੂੰ ਇਤਨਾ ਬੌਂਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ। ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ ਬਣਾਇਆ ਸੀ। ਬਾਹਰ ਟਿੱਬਾ ਸੀ, ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ। ਟਿੱਬਾ ਮਤਲਬ ਇੱਕ ਟੀਲਾ। ਐਸ ਉੱਪਰੋਂ ਲੰਘਦੀ, ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ। ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨੂੰ ਚਾਹ ਪਾਣੀ ਦਾ ਆਹਰ ਮਤਲਬ ਬਣਾਉਣੇ ਕੇ ਲਈ ਆਹਰ ਕਰਨ ਲਈ ਕਿਹਾ। ਫਿਰ ਉਹਨਾਂ ਦਾ 18 ਕੁ ਵਰ੍ਹਿਆਂ ਦਾ ਲੜਕਾ ਅੰਦਰ ਆਇਆ। ਅਨਵਰ ਨਾਂ ਸੀ ਸ਼ਾਇਦ ਉਹਦਾ। ਉਹਨੇ ਮੇਰੇ ਪੈਰੀਂ ਹੱਥ ਲਾਇਆ। ਮੈਂ ਪਿੱਠ ਉੱਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੇ। ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਭੈਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਂ ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ। ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹਨਾਂ ਗੋਲ ਮੋਲ ਜਿਹਾ ਜਵਾਬ ਦਿੱਤਾ। ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ ਕਿ ਚਾਚਿਆਂ ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ। ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ 'ਤੇ ਮੈਨੂੰ ਸ਼ੱਕ ਪੈਣ ਲੱਗ ਪਿਆ ਕਿ ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਸਾਂ ਇਹ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੂਹਰਲੇ ਟਿੱਬੇ ਨੂੰ ਵੇਖ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ, ਪਰ ਮੈਨੂੰ ਇੰਜ ਹੋ ਜਾਣ ਦਾ रंज कोई नहीं सी महसूस हो रहा, मतलब मुझे उसका कोई भी दुख महसूस नहीं हो रहा था। सगों बड़ी तसल्ली सी कि खानदानी चीज़ अपने ही वीर दे काम आ गई। पर मेरे साथियों नूं मेरे दिल विच उठ रही दलीलों का किवें इलम हो सकता सी। इलम मतलब एहसास। वो घड़ी मुड़ी वक्त की तंगी वाले इशारा करते अते कहंदे, अपना मकान भी तो ढूंढिए। मैं उन्हां नूं टाल छड्डदा, नहीं नहीं, अपने भाई से मिल लिया है, अब मुझे मकान देख के क्या करना है। चौधरी साहब ने अपने पुत्र नूं कहा, अनवर जा उत्थों दोस्त मुहम्मद नूं सद लिया, मत्ते उसनूं खबर होवे। थोड़े चिर बाद 17 कुं वरियां दा यानी कि 70 साल का वरियां दा बुढ़ा दोस्त मुहम्मद भी आके मंजी उत्ते बह गया। उसने सिर उत्ते चिट्टी पग बन्नी हुई सी, हूबहू उसे तरह सी जिवें मेरे पिता जी बन्नदे सन। शक्ल सूरत बोलचाल भी उन्हां नाल मिलदी सी। ਇਹ ਦੋਸਤ ਮੁਹੰਮਦ ਅਨੇਕਾਂ ਵਰ੍ਹੇ ਦੀਵਾਨ ਦੇਸ਼ ਰਾਜ ਸਾਣੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ। ਦੀਵਾਨ ਸਾਹਿਬ ਬੈਰਿਸਟਰ ਸਨ ਅਤੇ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਸੀ। ਦੀਵਾਨ ਸਾਹਿਬ ਭੰਡਾਰੇ ਦੇ ਦਿਨ 'ਤੇ ਇੱਕ ਬਕਾਇਦਾ ਫੇਰਾ ਮਾਰਦੇ ਹੁੰਦੇ ਸਨ, ਕਿਉਂਕਿ ਭੈਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। पर दोस्त मोहम्मद नूं सारा घर भुला गया सी। पर जो नया दोस्त उनसे पूछने के लिए आते हैं कि उसे याद होगा, पर उसे भी कुछ याद नहीं होता। जे मैं होर विस्तार नाल निशानियां दसदा तां शायद उन्हें कुछ चेते आ जांदा, पर हालत ही कुछ अजीब बनी हुई सी, क्योंकि बलराज शानी खुद उन्होंने कुछ नहीं दसना चाहुंदा सी। एक पासे गुलाम मुहम्मद कुर्सी उपर नीवी पाई लगातार रोई जा रहा सी। उधर बुढ़े दोस्त मुहम्मद दियां अखां विचों भी जिवें गंगा जमुना वह तुरियां सन। मेरे अपने लिए बोलना औखा हो रहा सी। वो दोनों रो रहे थे तो उसके लिए बोलना मुश्किल हो रहा था। अखीर सिकंदर ने हिला के मैनू उठा दिता ते कहने लग्या, चलिए, जब तक चाय तैयार होती है एक बाहर का चक्कर लगा आते हैं, कि एक बाहर दा ਚੱਕਰ ਲਾ ਆਉਂਦੇ ਆ। ਬੇਦਿਲੀ ਨਾਲ ਮੈਂ ਫੇਰ ਗਲੀ ਵਿੱਚ ਆ ਗਿਆ। ਬਿਲਕੁਲ ਓਪਰੀ ਪਈ ਜਾਪਦੀ ਸੀ। ਯਕੀਨ ਨਹੀਂ ਸੀ ਆਉਂਦਾ ਕਿ ਇਸ ਗਲੀ ਵਿੱਚ ਖੇਡਦਾ ਹੁੰਦਾ ਸੀ। ਉਹ ਤਾਂ ਇਤਨੀ ਲੰਮੀ, ਖੁੱਲੀ ਤੇ ਸੋਹਣੀ ਹੁੰਦੀ ਸੀ, ਇਹ ਇਤਨੀ ਛੋਟੀ, ਭੀੜੀ ਤੇ ਕੋਝੀ। ਮਤਲਬ ਉਸਨੂੰ ਬਿਲਕੁਲ ਬੁਰਾ ਲੱਗ ਰਿਹਾ ਸੀ। ਸਿਕੰਦਰ ਨੇ ਮੈਨੂੰ
ਇੱਕ ਸਿਰਿਓਂ ਦੂਜੇ ਸਿਰੇ ਤੱਕ ਤੀਕ ਦਾ ਚੱਕਰ ਮਾਰਨ ਲਈ ਕਿਹਾ। ਅਚਾਨਕ ਇੱਕ ਘਰ ਦੇ ਅੱਗੋਂ ਲੰਘਦਿਆਂ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ। ਮੈਂ ਖਲੋ ਗਿਆ ਤੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਾਂ। ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ। ਪੌੜੀਆਂ ਕੋਲ ਇੱਕ ਗਰੀਬੜਾ ਜਿਹਾ ਆਦਮੀ ਚਾਦਰ ਵਲੇਟੀ ਮਤਲਬ ਲਪੇਟ ਕਰ ਪਿਆ ਹੋਇਆ ਸੀ। ਸਿਕੰਦਰ ਨੇ ਉਸ ਕੋਲੋਂ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਤੇ ਮੈਨੂੰ ਕਿਹਾ, ਜਾਈਏ ਅੰਦਰ, ਉੱਪਰ ਵੀ ਜਾਈਏ। ਨਹੀਂ, ਅੰਦਰ ਜਾ ਕੇ ਕੀ ਲੈਣਾ, ਮੈਂ ਕਿਹਾ। मतलब वो अंदर कहता है कि अंदर जाके क्या करूँगा। ਹੁਣ 22-23 ਵਰਿਆਂ ਦੇ ਸਿਕੰਦਰ ਨੇ मतलब 22-23 ਸਾਲ ਕੇ ਸਿਕੰਦਰ ਨੇ ਮੈਨੂੰ ਗਲੀ ਵਿੱਚੋਂ ਖਲੋ ਕੇ ਇੰਜ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ। क्योंकि उससे सिकंदर ने बोला कि आप ऊपर जाके देख के आओ। सानी साहब, आप कैसे फजूल से तखलफात का शिकार हो रहे हो। हम भी आपकी तरह हैं। जब कभी दिल्ली जाएं, अपने छोड़े हुए घरों का कोना कोना छान मारते हैं, चाहे किसी को कितनी भी तकलीफ हो। आपने यहाँ रहना थोड़े, या हर किसी का इतना लिहाज किए जा रहे हो। 2 घंटे बाद आपको यहाँ से चले जाना है। भाव जो सिकंदर हुंदा है ਉਹ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ पाकिस्तान ਦੇ ਵਿੱਚ चला जाता है, पर उसका ਜਿਹੜਾ जद्दी घर ਹੁੰਦਾ है वो ਹੁੰਦਾ है दिल्ली। और वो यही कहता है कि जब मैं भी दिल्ली जाता हूँ तो किसी को कितनी तकलीफ हो, पर मैं वहाँ का कोना कोना छान मारता हूँ। और फिर आपको खुदा जाने कभी इधर आना नसीब भी हो या ना हो। ये सुस्ती छोड़िए और एक जगह बैठ बैठ के वक्त गंवाने की बजाय जितना घूम सकते हो देखिए। बराए मेहरबानी जाइए ऊपर। कितना स्वाद मिलिया उन्हां पौड़ियां उपर दोबारा पैर रख के। उपर कोठे उत्ते पुजे तां ऐन अपनी अखां सामने दूर मैनू अपने घर दा उपरला सूफा साफ उपरला हिस्सा मतलब साफ दिस पिया। ਉਹਦੇ सज्जे पासे वाली रसोई दिस पई अते मैं चीक उठिया। ਉਹ ਸਾਡਾ ਘਰ उस कमरे विच मेरी भैन दी कुड़माई हुई सी। कुड़माई मतलब उसकी शादी हुई थी। ਉਹ साडी रसोई। उस वेले खौरे अंदर केड़ा ज्वालामुखी फुटिया। रोंदा ते घरकदा मैं मिट्टी पोचे फर्श उपर ढेर हो गया। वो लोग दिलासा देण लई आए। मैं बोली जा रहा सी, मैनू छड्ड दिओ, मैं घर नूं वेख के नहीं रो रहा। मैनू भैन याद आ रही है जिहड़ी मर चुकी है। रब्बा मेरी भैन मोड़ दे, रब्बा मेरी भैन मोड़ दे। अपने आप उत्ते शर्म भी आ रही सी। ये मैं की कर रहा हाँ, ओपरे देश, ओपरी थां, ओपरे बंदियां दी मौजूदगी विच, पर मैनू अपने ऊपर कोई काबू नहीं सी। वो अपनी बहन को याद करके रोने लगता है, क्योंकि जब उसको ऊपर से देखता है तो साफ साफ उसे अपना घर दिखाई देता है। तो अज असीं मुड़ पिंड वेख्या पाठ बारे पढ़िया है। इस लेख विच अपनी यात्रा का वर्णन किया है बलराज साहनी जी ने। वो अपने जद्दी घर वेखण भैरे पिंड विच जांदा है तो बहुत ही भावुक उन्होंने सानू कर दिता है। तो इस दे विच उन्हां दा सफ़रनामा है कि उन्होंने किस तरीके नाल उत्थे जांदे हन, उस सफ़र करदे हन, उत्थे अपना घर लभदे हन ते जो जो उन्हां नूं उत्थे एहसास हुंदे हन उन्हां बारे ये पूरे दा पूरा लेख है। हुण असीं इस दे शब्द अर्थ करते हैं। अर्थावली यानी कि शब्दां दे अर्थ। जज्बियां, भावनावां, तीबर इच्छावां, मुहिम, बहुत औखा जां जरूरी काम। तूतणियां, एक प्रकार दे छोटे वाजे। मुंतजिम, इंतजाम करने वाले, प्रबंधक। वतन, ओ मुल्क जां देश जिथों दा कोई वासी होवे। अवाक, गुमसुम, बेजवान, खामोश। दुलंगड़े, दुड़ंगे, शालां, छड़प्पे। आमद, आउण दा भाव, रुखसत, विदायगी, छुट्टी। जाना मतलब आमद वहाँ पे आना और वहाँ से वापस जाना, रुखसत। कोतवाली, वड्डा थाना, मोकले, खुले, वड्डे चौड़े। कूकर, कूकू दी आवाज़, घूमदे गोल पहिए दी आवाज़। मलबा, ढट्ठे होए घर जां इट्टा मिट्टी अते कूड़े आदि दा ढेर। जारो कतार, जारो जार, बहुत बेहद। परिस्थिति, हालत, बौंदला छड्डिया, मत मार छड्डी। उत्थों उत्थों, तकलफात, दुख, कष्ट। सूफा, घर दे दरवाजे लागे एक किस्म दी दिओडी जिस विच बैठदे हन। ढलान, जो 3 ਜਾਂ 4 कोठड़ियां दे अगे एक सांझा कमरा। तो ये इसके शब्द अर्थ सन। हुण असीं इसके प्रश्न उत्तर वेखते हैं। लेखक भैरे जाण लई क्यों उतावला सी? क्योंकि जिहड़ा लेखक दा जद्दी घर सी ओह भैरे पिंड सी ते उसने अपना बचपन उत्थे गुजारिया सी, इसलिए उत्थे ओह देखण लई जांदा है। बस अड्डे दा प्रबंधक अते थाणे दा इंस्पैक्टर लेखक नाल
ਕਿਵੇਂ ਪੇਸ਼ ਆਏ, ਤਾਂ ਉਹ ਉਸ ਦੇ ਨਾਲ ਬਹੁਤ ਹਮਦਰਦੀ ਨਾਲ ਪੇਸ਼ ਆਏ। ਜਦੋਂ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਆਪਣੇ ਘਰ ਜਾ ਰਿਹਾ ਹਾਂ ਜਿੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ ਹੈ, ਤਾਂ ਉਹ ਬਹੁਤ ਜਲਦੀ ਤੋਰਨ ਦਾ ਫੈਸਲਾ ਕਰਦੇ ਹਨ। ਸ਼ਹਿਰ ਵਿੱਚ ਖੁਖਰਾਣ ਬਰਾਦਰੀ ਵਾਲਿਆਂ ਦੇ ਕਿਹੜੇ ਮੁਹੱਲੇ ਸਨ, ਤਾਂ ਇਸ ਦੇ ਵਿੱਚ 3 ਮੁਹੱਲਿਆਂ ਦਾ ਜ਼ਿਕਰ ਕੀਤਾ ਹੈ: ਆਨੰਦਾਂ ਦਾ ਮੁਹੱਲਾ, ਸ਼ਾਣੀਆਂ ਦਾ ਮੁਹੱਲਾ ਤੇ ਕੋਲੀਆਂ ਦਾ ਮੁਹੱਲਾ। ਕੀ ਕਰਾਂ ਜੀ ਮਿੱਟੀ ਖਿੱਚ ਲਿਆਈਏ, ਇਹ ਸ਼ਬਦ ਕਿਸ ਨੂੰ ਕਹੇ, ਤਾਂ ਇਹ ਸ਼ਬਦ ਬਲਰਾਜ ਸਾਹਣੀ ਨੇ ਭੁੱਲੋਵਾਲ ਬੱਸ ਅੱਡੇ ਦੇ ਪ੍ਰਬੰਧਕ ਨੂੰ ਕਹੇ। ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਵੇਖ ਕੇ ਕਿਵੇਂ ਮਹਿਸੂਸ ਹੋਇਆ, ਤਾਂ ਉਹ ਬਹੁਤ ਠੱਗਿਆ ਹੋਇਆ ਮਹਿਸੂਸ ਕਰਦਾ ਹੈ, ਕਿਉਂਕਿ ਉਹ ਉਸ ਗਲੀ ਦੇ ਵਿੱਚ ਉਸਨੂੰ ਆਪਣਾ ਘਰ ਦਿਖਾਈ ਨਹੀਂ ਦਿੰਦਾ, ਉੱਥੇ ਮਲਬੇ ਦੇ ਢੇਰ ਦਿਖਾਈ ਦਿੰਦੇ ਹਨ। ਅਤੇ ਜਦੋਂ ਪਹਿਲਾਂ ਉਹ ਗਲੀ ਹੁੰਦੀ ਹੈ ਤਾਂ ਬਹੁਤ ਲੰਬੀ ਚੌੜੀ ਹੁੰਦੀ ਹੈ, ਅਤੇ ਹੁਣ ਉਹ ਬਹੁਤ ਭੀੜੀ ਅਤੇ ਗੰਦੀ ਜੀ ਕੋਝੀ ਜੀ ਉਸਨੂੰ ਦਿਖਾਈ ਦਿੰਦੀ ਹੈ। ਚੌਧਰੀ ਗੁਲਾਮ ਮੁਹੰਮਦ ਦਾ ਲੇਖਕ ਨਾਲ ਕੀ ਰਿਸ਼ਤਾ ਸੀ, ਤਾਂ ਜਿਹੜਾ ਚੌਧਰੀ ਗੁਲਾਮ ਮੁਹੰਮਦ ਸੀ ਉਹ ਲੇਖਕ ਦਾ ਉਹ ਇੱਕੋ ਦਾਦੇ ਦੇ ਦੋਨੋਂ ਪੋਤਰੇ ਸਨ। ਭਾਰਤ ਪਾਕ ਦੀ ਵੰਡ ਤੋਂ ਬਾਅਦ, ਵੰਡ ਯਾਨੀ ਕਿ ਜਬ ਬਟਵਾਰਾ ਹੋ ਜਾਤਾ ਦੇਸ਼ का, ਤਾਂ ਉਹ ਮੁਸਲਮਾਨ ਬਣ ਜਾਂਦਾ ਹੈ ਅਤੇ ਪਾਕਿਸਤਾਨ ਰਹਿ ਜਾਂਦਾ ਹੈ, ਅਤੇ ਲੇਖਕ ਯਾਨੀ ਕਿ ਬਲਰਾਜ ਸਾਹਣੀ ਹਿੰਦੁਸਤਾਨ ਆ ਜਾਂਦਾ ਹੈ ਅਤੇ ਇਹ ਹਿੰਦੂ ਹੀ ਰਹਿੰਦਾ ਹੈ। ਲੇਖਕ ਆਪਣੇ ਘਰ ਨੂੰ ਵੇਖਣ ਸਮੇਂ ਕਿਉਂ ਆਪਾ ਗੁਆ ਬੈਠਿਆ, ਤਾਂ ਲੇਖਕ ਆਪਣੇ ਘਰ ਨੂੰ ਦੇਖਣ ਸਮੇਂ ਇਸ ਲਈ ਆਪਾ ਗੁਆ ਬੈਠਿਆ ਕਿਉਂਕਿ ਉਸਨੂੰ ਆਪਣੀ ਭੈਣ ਦੀ ਯਾਦ ਆ ਜਾਂਦੀ ਹੈ, ਕਿਉਂਕਿ ਉਸ ਭੈਣ ਦਾ ਵਿਆਹ ਉਸੇ ਘਰ ਵਿੱਚ ਹੋਇਆ ਹੁੰਦਾ ਹੈ ਅਤੇ ਹੁਣ ਉਹ ਭੈਣ ਮਰ ਚੁੱਕੀ ਹੁੰਦੀ ਹੈ ਜਿਸ ਨੂੰ ਉਹ ਯਾਦ ਕਰਦਾ ਹੈ, ਇਸ ਲਈ ਉਹ ਆਪਣਾ ਆਪਾ ਗੁਆ ਬੈਠਦਾ ਅਤੇ ਬਹੁਤ ਰੋਂਦਾ ਹੈ। ਤਾਂ ਬੱਚੇ, ਅਸੀਂ ਮੁੜ ਪਿੰਡ ਵੇਖਿਆ ਲੇਖ ਪੜ੍ਹਿਆ। ਇਸ ਵਿੱਚ ਬਲਰਾਜ ਸਾਹਣੀ ਦੇ ਸਫ਼ਰ ਦਾ ਜ਼ਿਕਰ ਕੀਤਾ ਗਿਆ ਹੈ। ਉਹਨਾਂ ਨੇ ਭੈਰੇ ਪਿੰਡ ਦੀ ਯਾਤਰਾ ਕੀਤੀ ਅਤੇ ਉਹ ਆਪਣੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਦੇ ਹਨ, ਅਤੇ ਇਸ ਦੇ ਨਾਲ ਸਾਨੂੰ ਉਹਨਾਂ ਨੇ ਬਹੁਤ ਹੀ ਭਾਵੁਕ ਕਰਿਆ ਹੈ ਅਤੇ ਇਸ ਦੇ ਅਸੀਂ ਪ੍ਰਸ਼ਨ ਉੱਤਰ ਵੀ ਕਰੇ ਹਨ। ਮੈਂ ਲਿਖ ਕੇ ਵੀ ਇਹਨਾਂ ਨੂੰ ਤੁਹਾਡੇ ਨਾਲ ਸ਼ੇਅਰ ਕਰ ਦਾਂਗੀ। ਤੁਸੀਂ ਇਹਨਾਂ ਨੂੰ ਪੜ੍ਹਨਾ ਹੈ। ਸਭ ਤੋਂ ਪਹਿਲਾਂ ਤੁਸੀਂ ਇਸ ਪਾਠ ਨੂੰ ਪੜ੍ਹਨਾ ਹੈ। ਜਦੋਂ ਤੱਕ ਤੁਸੀਂ ਪਾਠ ਨੂੰ ਨਹੀਂ ਪੜ੍ਹੋਗੇ ਤਾਂ ਤੁਹਾਨੂੰ ਇਸ ਦੇ ਪ੍ਰਸ਼ਨਾਂ ਦੇ ਉੱਤਰ ਸਮਝ ਨਹੀਂ ਆਉਣਗੇ। ਧੰਨਵਾਦ।